I'm Adhin from KVM school. हाँ जी So my question is from Amanpreet sir. सर थोड़े लिए आए क्वेश्चन जी. सर जब आपने खालसा एड स्टार्ट किया था तब ये पंजाब में इतना कॉमन ही था एनजीओ कल्चर, पर तब आपको क्या प्रॉब्लम्स आई और किस चीज़ ने आपको मोटिवेट किया कि आपको ये स्टार्ट करना है, मतलब आपको लगा कि नहीं करना है, आगे कंटिन्यू करना है? ਇੱਕੋ ਹੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ, ਉਹ ਹੈ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ. ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਵਾਈ ਵਾਲੀ ਗੱਲ ਹੈ ਨਾ, ਮੈਨੂੰ ਲੱਗਦਾ ਪੂਰੀ ਵਾਕਈ ਕਰਕਸ ਸੀਗਾ ਇਹ ਪੂਰੀ ਕਨਕਲੇਵ ਦਾ, ਕਿ ਤੁਹਾਨੂੰ ਅਗਰ ਰੀਜ਼ਨ ਪਤਾ ਨਾ ਤੁਸੀਂ ਇਹ ਕਿਉਂ ਕਰ ਰਹੇ ਹੋ. ਮੈਂ ਫਸਟ ਟਾਈਮ ਇੱਕ ਪ੍ਰੋਜੈਕਟ ਦੇ ਵਿਚਕਾਰ ਜਦੋਂ ਪਾਰਟਿਸਿਪੇਟ ਕੀਤਾ, ਲੀਡ ਕੀਤਾ, ਉਹ ਸੀਗਾ 2014 'ਚ ਉੱਤਰਾਖੰਡ ਦੇ ਵਿਚਕਾਰ ਫਲੱਡਸ ਆਏ ਸੀ 2014 'ਚ. ਸੋ ਜਦੋਂ ਮੈਂ ਪਹਿਲੇ ਪ੍ਰੋਜੈਕਟ ਕਰਕੇ ਆਇਆ ਨਾ, ਤੇ ਅਸੀਂ ਜਦੋਂ ਇੱਕ ਫਲਾਈਓਵਰ ਸੀਗਾ, ਪੁਲ ਸੀਗਾ, ਤੇ ਉਹ ਟੁੱਟ ਗਿਆ ਸੀਗਾ ਤੇ ਲੋਕ ਉਸ ਸਾਈਡ ਤੇ ਫਸੇ ਹੋਏ ਸੀ ਤੇ ਅਸੀਂ ਇਸ ਸਾਈਡ ਤੇ ਖੜੇ ਸੀ. ਤਾਂ ਸਾਡੇ ਕੋਲੇ ਕੀ ਸੀਗਾ, ਅਸੀਂ ਸਿਰਫ 4 ਬੰਦੇ ਸੀ, ਸਾਡੇ ਕੋਲੇ ਕੁਝ ਨਹੀਂ ਸੀ. ਅਸੀਂ ਇਹ ਸੋਚਿਆ ਸੀ ਕਿ ਜੋ ਹੋਏਗਾ ਆਪਾਂ ਪਾਕਟ 'ਚੋਂ ਖਰਚਾ ਕਰਾਂਗੇ ਤੇ ਸੇਵਾ ਕਰਕੇ ਵਾਪਸ ਆ ਜਾਵਾਂਗੇ. ਸਾਡੇ ਮਾਈਂਡ ਸਿਰਫ ਇੰਨਾ ਕਿ ਅਸੀਂ ਥਾਟ ਲੈ ਕੇ ਚੱਲੇ ਸੀ. ਜਦੋਂ ਉੱਥੇ ਪਹੁੰਚੇ ਤਾਂ ਲੋਕ ਉੱਥੇ ਫਸੇ ਆ ਤਾਂ ਸਾਡੇ ਕੋਲੇ ਕੁਝ ਹੈ ਹੀ ਨਹੀਂ ਕਰਨ ਨੂੰ. ਅਸੀਂ ਸੋਚ ਰਹੇ ਸੇਵਾ ਕਿਵੇਂ ਕਰੀਏ. ਉੱਥੇ ਦੇਖਿਆ ਆਰਮੀ ਨਾ ਇੱਕ ਰੱਸੀ ਦੇ ਨਾਲ ਇੱਕ ਕਲਿੱਪ ਲਗਾ ਕੇ, ਕੁੰਡੀ ਲਗਾ ਕੇ ਟਰੈਵਲ ਕਰ ਰਹੀ ਉੱਧਰ. ਅਸੀਂ ਸਾਰੇ ਮੁੰਡਿਆਂ ਨੇ ਕਿਹਾ ਕਿ ਅਸੀਂ ਵੀ ਜਾਵਾਂਗੇ ਉੱਧਰ ਸੇਵਾ ਕਰਨ ਜਾਵਾਂਗੇ, ਅਸੀਂ ਪਾਣੀ ਦੀ ਬੋਤਲ 'ਚ ਲੈ ਲੈਂਦੇ ਹਾਂ, ਪਾਣੀ ਦੀ ਬਹੁਤ ਪ੍ਰੋਬਲਮ ਸੀ. ਸੋ ਜਦੋਂ ਅਸੀਂ ਐਕਟੀਵਿਟੀ ਕੀਤੀ, ਕਰਕੇ ਵਾਪਸ ਆਏ ਤਾਂ ਫਿਰ ਸਮਝ ਆਇਆ ਕਿ ਯਾਰ ਇਹ ਤਾਂ ਬਹੁਤ ਵੱਡੀ ਚੀਜ਼ ਆ. ਸੇਵਾ ਔਰ ਆਰਗੇਨਾਈਜੇਸ਼ਨ ਜਾਂ NGOs ਕਦੇ ਵੀ ਵੋਲੀਅਮ ਦੇ ਉੱਤੇ ਕੰਮ ਨਹੀਂ ਕਰਦੀਆਂ ਇੱਕ ਸਟੇਜ ਦੇ ਉੱਤੇ ਆ ਕੇ ਕਿ ਤੁਸੀਂ ਇੰਨੇ ਟਨ ਮਾਲ ਦੇਤਾ, ਇੰਨੇ ਹਜ਼ਾਰਾਂ ਨੂੰ ਲੰਗਰ ਛਕਾਤਾ. ਮੇਰੇ ਅਕੋਰਡਿੰਗਲੀ NGO ਉਹ ਹੁੰਦੀ ਹੈ ਜਾਂ ਸੇਵਾ ਉਹ ਹੁੰਦੀ ਹੈ ਕਿ ਜਦੋਂ ਤੁਸੀਂ ਇੰਪੈਕਟ ਕਿੰਨਾ ਕੁ ਪਾ ਰਹੇ ਹੋ, ਤੁਹਾਡੀ ਟਾਈਮਿੰਗ ਕੀ ਹੈ. ਜਦੋਂ ਪਾਣੀ ਦੇ ਵਿਚਕਾਰ ਕੋਈ ਫਸਿਆ ਤਾਂ ਤੁਹਾਡੇ ਕੋਲੇ ਕਿਸ਼ਤੀ ਸੀਗੀ ਕਿ ਤੁਸੀਂ ਉਹਨੂੰ ਕੱਢ ਲਿਆਏ. ਸੋ ਜਿਹੜਾ ਇਹ ਐਕਟੀਵਿਟੀਜ਼ ਹੁੰਦੀਆਂ ਜਾਂ ਇੱਦਾਂ ਦੇ ਇਨਸੀਡੈਂਟਸ ਤੁਹਾਡੇ ਲਾਈਫ 'ਚ, ਤੁਹਾਡੇ ਪ੍ਰੋਜੈਕਟਸ ਦੇ ਵਿਚਕਾਰ ਤੁਹਾਡੇ ਨਾਲ ਵਾਪਰਦੇ ਨੇ, ਉਹ ਤੁਹਾਨੂੰ ਮੋਟੀਵੇਟ ਕਰਦੇ ਕਿ ਹਾਂ ਕਿ ਅਸੀਂ ਜੋ ਕਰ ਰਹੇ ਹਾਂ ਅਸੀਂ ਸਹੀ ਟਰੈਕ 'ਤੇ ਹਾਂ ਅਤੇ ਅਸੀਂ ਇਹੀ ਕਰਨਾ. ਸੋ ਚੈਲੰਜਿਸ ਆਉਂਦੇ ਨੇ, ਜਿਵੇਂ ਮੈਂ ਪਹਿਲਾਂ ਵੀ ਦੱਸਿਆ. ਸੋ ਹਰ ਇੱਕ ਪ੍ਰੋਜੈਕਟ ਦੇ ਅਲੱਗ ਚੈਲੰਜ ਹੈ, ਬਹੁਤ ਲੰਬੀ ਸਟੋਰੀ ਹੈ. ਸੋ ਬੇਸਿਕਲੀ ਤੁਹਾਨੂੰ ਆਪਣਾ ਵਿਜ਼ਨ ਹੈ ਜਿਹੜਾ ਉਹ ਕਲੀਅਰ ਹੋਵੇ ਤਾਂ ਤੁਸੀਂ ਆਲਵੇਜ਼ ਅੱਗੇ ਵਧਦੇ ਰਹਿੰਦੇ ਹੋ. सर फिर आप 5 साल बाद आप खालसा को कहाँ देखते हो फिर? ਗੁੱਡ ਕੁਐਸਚਨ. 5 ਸਾਲ ਬਾਅਦ, 10 ਸਾਲ ਬਾਅਦ ਮੈਂ ਖਾਲਸਾ ਏਡ ਨੂੰ ਇਹ ਦੇਖਦਾ ਕਿ ਲਾਈਕ ਅੱਜ ਅਸੀਂ ਖਾਲਸਾ ਏਡ ਤੋਂ ਬਹੁਤ ਵੱਡੀਆਂ NGOs ਨੇ. ਲਾਈਕ ਜਦੋਂ ਅਸੀਂ ਇੰਟਰਨੈਸ਼ਨਲੀ ਮਿਸ਼ਨਸ 'ਤੇ ਜਾਂਦੇ ਹਾਂ ਤੇ NGOs ਦੇ ਕੋਲੇ ਆਪਣੇ ਜਹਾਜ਼ ਹੁੰਦੇ ਨੇ, NGOs ਕੋਲੇ ਆਪਣਾ ਇੰਨਾ ਵੱਡਾ ਲੌਜਿਸਟਿਕ ਹੁੰਦਾ ਹੈ, ਜਿਸ ਚੀਜ਼ ਕਰਕੇ ਅਸੀਂ ਸਟਰਗਲ ਕਰ ਰਹੇ ਹਾਂ ਕਿ ਜਦੋਂ ਫਿਊਚਰ 'ਚ ਕਿੱਥੇ ਕੋਈ ਡਿਜ਼ਾਸਟਰ ਹੋਵੇ, ਕਿਉਂਕਿ ਸਾਡਾ ਸਭ ਤੋਂ ਵੱਡਾ ਪੋਰਟਫੋਲੀਓ ਹੈ ਕਿ ਅਸੀਂ ਡਿਜ਼ਾਸਟਰ ਜ਼ੋਨ 'ਚ ਕੰਮ ਕਰਦੇ ਹਾਂ. ਤੇ ਡਿਜ਼ਾਸਟਰ ਜ਼ੋਨ ਦੇ ਵਿਚਕਾਰ ਅਸੀਂ ਇਹ ਇਮੈਜਿਨ ਕਰਦਾ ਮੈਂ 10 ਸਾਲ ਬਾਅਦ ਕਿ ਜਦੋਂ ਕਿਤੇ ਕੋਈ ਡਿਜ਼ਾਸਟਰ ਆ ਰਿਹਾ ਤਾਂ ਸਾਡੀ ਕਮਿਊਨਿਟੀ ਵੱਲੋਂ, ਸਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਉੱਥੇ ਖਾਲਸਾ ਨਿਸ਼ਾਨ ਲੱਗ ਕੇ ਜਦੋਂ ਜਹਾਜ਼ ਉਤਰ ਰਹੇ ਹੋਣ ਤਾਂ ਪਤਾ ਲੱਗੇ ਵੀ ਇਹ ਪੰਜਾਬ ਤੋਂ, ਇਹ ਸਿੱਖ ਕਮਿਊਨਿਟੀ ਤੋਂ ਇਹ ਇੱਕ ਆਰਗੇਨਾਈਜੇਸ਼ਨ ਆਈ ਹੈ ਜਿਹੜੀ ਸਰਬੱਤ ਦੇ ਭਲੇ ਲਈ ਕੰਮ ਕਰ ਰਹੀ ਹੈ. ਸਰ ਆਹੀ ਚੀਜ਼ ਇੰਪੋਰਟੈਂਟ ਹੈ, ਪਰਪਸ ਬਹੁਤ ਕਲੀਅਰ ਹੈ ਨਾ. ਜੇ ਪੋਟੈਂਸ਼ੀਅਲ ਵੀ ਅਚੀਵ ਕਰਨਾ ਹੈ ਤਾਂ ਪਰਪਸ ਕਲੈਰਿਟੀ ਬਹੁਤ ਹੋਣੀ ਚਾਹੀਦੀ ਹੈ. ਤੇ ਇਸ ਸਾਈਡ ਤੋਂ ਆਪਾਂ ਇੱਕ ਕੁਐਸਚਨ ਲਵਾਂਗੇ, ਦਿਸ ਸਾਈਡ. गुड मॉर्निंग सर, गुड मॉर्निंग मैम. मैम बेसिकली जब हम कोई भी बड़ी कंपनी स्टडी करते हैं तो हम देखते हैं कि टॉप टायर पोजीशन लाइक CEO, CTO सारे मेन होते हैं. ऑल आर मेल कम्युनिटी देयर. तो आपको नहीं लगता कि फीमेल रिप्रेजेंटेशन होनी चाहिए? अगर हम कोई भी कंपनी खोले 2 या 3 से ज़्यादा फीमेल CEO, CTO, CMO की पोजीशन पे नहीं होते, क्यों? ये जस्टिफाइड है? So I also feel the same. मुझे भी यही फील होता है. So is the overall ਅੱਜ ਵੀ ਜਿੱਦਾਂ ਮੈਂ I am a CEO of a company, तो personally I feel ਕਿ ਜਦੋਂ ਮੈਂ ਪੁਲਿਸ ਸਟੇਸ਼ਨ ਜਾਣਾ ਅੱਗੇ ਫੀਮੇਲ ਨਹੀਂ ਆ, ਮੈਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜਦੋਂ ਜ਼ਰੂਰਤ ਪੈਂਦੀ, ਬੈਂਕ ਮੈਨੇਜਰ ਆ ਤੇ ਇਫ ਆਈ ਵਿਜ਼ਿਟ 10 ਬੈਂਕਸ ਤੇ ਉਹਦੇ ਵਿੱਚ ਇੱਕ ਮੇ ਬੀ ਫੀਮੇਲ ਹੋਏਗੀ, ਰਾਈਟ? ਸੋ ਕਮੀ ਕਿੱਥੇ ਆ ਜੋ ਮੈਂ ਆਈਡੈਂਟੀਫਾਈ ਕੀਤੀ ਕਿ ਦੇयर इज नीड टू सेट मोर एग्जाम्पल्स, राइट?
there are more few women who get the opportunity to get to the top. First thing is this, there we need to work very very hard. ਜੇ ਸਾਡੇ competitive exams ਨੇ ਜਾਂ ਫਿਰ suppose if we clear CAT suppose right, so we are going to get admission in IIM. ਉਹ ਕਿੰਨੀਆਂ girls ਆ ਕਿ ਜਿਹੜਾ ਉਨੀ ਮਿਹਨਤ ਕਰ ਰਹੀਆਂ ਨੇ। ਪਿੱਛੇ ਜੇ ਮੈਂ ਦੇਖਿਆ ਕਿ ਲੁਧਿਆਣੇ ਦੇ ਵਿੱਚ ਇੱਕ GNE ਕਾਲਜ ਦੇ ਵਿੱਚ ਇੱਕ ਇਵੈਂਟ ਹੋਇਆ ਜਿਹਦੇ ਵਿੱਚ ਉਹਨਾਂ ਨੂੰ ਪੰਜਾਬ ਤੋਂ ਸਿਰਫ 100 ਗਰਲਸ ਚਾਹੀਦੀਆਂ ਸੀ ਜਿਨ੍ਹਾਂ ਨੂੰ ਉਹ ਫ੍ਰੀ ਪੜ੍ਹਾਉਣਾ ਚਾਹੁੰਦੇ ਆ ਫॉर ਦ ਪ੍ਰੈਪਰੇਸ਼ਨ ਆਫ CAT, ਰਾਈਟ। ਉਹ 100 ਹੀ ਨਹੀਂ ਪੂਰੀਆਂ ਹੋ ਰਹੀਆਂ ਉਹਨਾਂ ਦੇ ਕੋਲੋਂ, ਰਾਈਟ। ਸੋ ਫਰਸਟ ਕਿ ਪੰਜਾਬ or our country, especially Punjab, needs to set example of successful women and then promoting them, right? ਜਿਵੇਂ ਕਿ ਫਿਰ ਖਾਲਸਾ ਏਡ ਅੱਜ ਸਾਹਮਣੇ ਬੈਠੇ ਸੀ, ਮੇਰੇ ਕੋਲ ਇਹੀ ਐਗਜ਼ਾਮਪਲ ਅੱਜ ਸੋ ਰਾਈਟ। ਸੋ ਖਾਲਸਾ ਏਡ ਇਨਵਾਈਟਡ ਮੀ ਟੂ ਐਟ ਕੇਰਲਾ ਫਲੱਡਸ ਜਿੱਥੇ ਜਪਨੀਤ ਸਰ ਹੀ ਸਰ ਬੈਠੇ ਇੱਥੇ, ਰਾਈਟ। ਸੋ ਪਿਕਿੰਗ ਅਪ women as an icon, चाहे वो कंपनी दी CEO आ, चाहे वो 50 managers to एक जाना है. So even if one woman get opportunity कि she is she got that opportunity, there comes the responsibility, right? She must prove herself, she must give her best, and then she becomes a faith in that organization, in that community कि जे मनदीप कर सकती ना तो let's have more women here. ਰਾਈਟ। ਸੋ ਜਿਹੜੀਆਂ ਅੱਗੇ ਵੱਧ ਰਹੀਆਂ ਔਰਤਾਂ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਜਿੱਥੇ ਜਿੱਥੇ ਵੀ ਅੱਜ ਨੇ, ਚਾਹੇ ਉਹ ਪੁਲਿਸ 'ਚ ਨੇ, ਚਾਹੇ ਉਹ ਪੋਲੀਟਿਕਸ 'ਚ ਨੇ, ਚਾਹੇ ਉਹ ਬਿਜ਼ਨਸ ਦੇ ਵਿੱਚ ਨੇ, ਦੇ ਹੈਵ ਟੂ ਪਰਫਾਰਮ ਵੈਰੀ ਗੁੱਡ ਸੋ ਦੈਟ ਪੀਪਲ ਟਰਸਟ ਵੂਮਨ ਕਮਿਊਨਿਟੀ ਕਿ ਨਹੀਂ ਇਹ ਬਹੁਤ ਅੱਛਾ ਕਰ ਸਕਦੇ ਆ, ਇਹ 130 ਬੱਚਿਆਂ ਦੀ ਟੀਮ ਬਣਾ ਸਕਦੇ ਤੇ ਆਪਾਂ ਕਿਉਂ ਨਹੀਂ ਕਰੀਏ। ਸੋ we need help from men also ਕਿ ਜਿੱਥੇ ਜਿੱਥੇ women icons ਆ ਉਹਨਾਂ ਨੂੰ more and more highlight ਕਰੋ। ਜਦੋਂ ਤੱਕ ਅੱਗੇ ਵੱਧ ਰਹੀ women ਦੀ example नहीं set होएगी, ਹੋਰ women courage नहीं ਕਰਨਗੀਆਂ ਅੱਗੇ ਆਉਣ ਦੀ। मैम लाइक एग्जांपल्स तो अभी हमारे पास बहुत हैं। गाना से क्रेमिका की स्टोरी स्टार्ट हुई है, if you know, तो हमने शार्क टैंक पे देखे थे वुमेन एंटरप्रेन्योर्स, बट हमारा बेसिक ये है कि हमें बिजनेस इनहेरिट नहीं करने देते हमारे फादर का। ये क्यों है? सी अब आपको क्योंकि एग्जाम्पल माइंड में सेट करनी पड़ेगी कि मेरे पापा का बिजनेस है ही कोई नहीं, ठीक है ना। सो देर आर वुमेन लाइक मी, राइट, जिनके फादर ने सारा कुछ बेच के हर चीज जीरो करके एक मनदीप कौर टांगरा ही बना दी है, राइट। सो आपको जन्म ही दे दिया है, बहुत है ना। हम वुमेन इतनी एग्जिस्टेंस के लिए ही थैंकफुल हैं कि हमें जन्म दे दिया है, हमें पढ़ा दिया है। Literally, seriously, we don't need help to rise. यही हमारा मैसेज हम तीनों भी डिस्कस कर रहे थे कि डोंट डिपेंड ये पॉलिसी आएगी, डोंट डिपेंड कि ये पैसा होगा, डोंट डिपेंड कि ये रुतबा होगा, ये पढ़ाई होगी तो फिर भी होगी। यहाँ पे बहुत दुनिया कि जिनके पास टॉप रैंक्स है इंडिया के, बट उनको रिस्पेक्ट करनी नहीं आती। उनको नहीं पता कि अमरप्रीत को ये टेंशन नहीं होनी चाहिए, ठीक है, उन्होंने देनी है, वो उसका हिस्सा बन जाते हैं। सो वी डोंट नीड सरकार, वी नीड संस्कार, राइट। सो फोकस ऑन बीइंग अ गुड पर्सन, बीइंग अ नाइस पर्सन। कोई नहीं आपका घर देखता, कुछ नहीं देखता, सो डिपेंड होना ही नहीं। और जो आपकी हेल्प हो गई, समझो कि पॉलिसी में हेल्प हो गई, कोई बैंक लोन में हेल्प हो गई, या पापा ने कोई हेल्प कर दी, हस्बैंड ने कर दी, ब्रदर ने कर दी, take it as a bonus. You have that capability in you. I am a live example sitting in front of you. People who have started with negative money, no money at all, lived with dignity, with honesty, and if they have patience to wait for 10, 12 years in their life, they reach up to the Prime Minister, right? So recently Prime Minister invited me to their residence, राइट। एक छोटे से गांव पे रह के आप इतनी उपलब्धि अचीव कर लेते हैं। इट्स वेरी यू हैव टू बी कंसिस्टेंट एंड बिलीव इन योरसेल्फ कि यहाँ पे पॉसिबल है। ओके मैम, थैंक यू, दे वर रियली नाइस वर्ड्स।
ਨੈਕਸਟ ਕੁਐਸਚਨ ਆਪਾਂ ਵਿੱਚੋਂ ਲਵਾਂਗੇ ਤੇ ਜਿਹੜੇ ਵੀ ਬੱਚਾ ਕੁਐਸਚਨ ਪੁੱਛ ਰਿਹਾ ਉਹਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਸਕੂਲ ਦਾ ਨਾਮ, ਆਪਣਾ ਨਾਮ ਤੇ ਆਪਣੀ ਕਲਾਸ ਦੱਸ ਕੇ ਕੁਐਸਚਨ ਪੁੱਛੇ। ਉਹ ਪਿੱਛੇ ਇੱਕ ਸੈਂਟਰ 'ਚ ਹੱਥ ਖੜਾ ਇੱਕ ਬੱਚੇ ਦਾ। ਠੀਕ ਹੈ, ਕੁਐਸਚਨ ਵੀ ਤੁਸੀਂ ਪੰਜਾਬੀ 'ਚ ਪੁੱਛੋ। ਹਾਂਜੀ ਹਾਂਜੀ, ਉਹ ਸੈਂਟਰ 'ਚ, ਬਿਲਕੁਲ ਸੈਂਟਰ 'ਚ। ਦੈਟ ਗਰਲ, ਉਹ ਕੁੜੀ। अपना नाम, स्कूल का नाम ते अपनी क्लास। I am Shri from BCM Ara Cambridge and मेरे को पंजाबी नहीं आती. कोई बात नहीं, क्वेश्चन पूछो। So my question is that as you said you went to Harvard, what was your journey and what motivated you to get into Harvard? Yeah, journey तो I told you started with Dr. Kalam and dedicating my life towards sustainability and ये solving जो climate change। आपको पंजाबी समझ आती कि मतलब? समझ आती हाँ, है। फिर मैं बोलता हूँ, ठीक है। तो हाँ, तो वो था पैशन, वो पैशन सीगा कि सस्टेनेबिलिटी पे काम करना है, क्लाइमेट चेंज पे था। एक मुझे ना हमेशा से मतलब राइट फ्रॉम डे वन, जैसे मैंने आपको पहले भी नरेट किया अबाउट जो भेड़ चाल की हम बात कर रहे थे, वॉज ऑलवेज एक्सीलेंस। भी जो करना है ना, बेस्ट करना है। मतलब सेकंड, थर्ड, फोर्थ, फिफ्थ ना, जो भी करना हमने 100% देना है और एक्सीलेंस करना। सो आई वाज वेरी क्लियर कि जब बिल्ड कर रहे थे, बिजनेस को बिल्ड कर रहे थे, स्केल अप कर रहे थे, आई थॉट दैट आई ऑल्सो एज अ एंटरप्रेन्योर, हर बंदे को अपनी लर्निंग चाहिए, स्किल चाहिए। सो मैंने सर्च जब किया कि अच्छा बेस्ट कॉलेज कौन सा दुनिया को, कहते हैं जी हार्वर्ड बिजनेस स्कूल। मैं कहा यही जाना। और मैं मैनिफेस्ट, जैसे इन्होंने अभी मैनिफेस्ट कर दिया ना, मैं बहुत बिलीव करता हूं उसमें। जो आप सोचते हो, व्हाट यू थिंक यू बिकम, राइट। सो इन्होंने मैनिफेस्ट कर दिया कि 5-10 साल के बाद हवाई जहाज आएगा तो आएगा, देखना आएगा। दैट इज द पावर ऑफ मैनिफेस्टेशन। सो मैंने 2015 में मैनिफेस्ट कर दिया था कि अगर जाएंगे एमबीए करेंगे तो हार्वर्ड ही करेंगे, नहीं तो नहीं करेंगे। तो वहां गए और दैट वाज द पर्पस बिहाइंड इट। एंड आई थिंक जर्नी बहुत अच्छी रही, बहुत ग्लोबल एक्सपोजर मिला और अपने आप को रिप्रेजेंट करने का मजा आता है। और व्हेन यू गो टू अ ग्लोबल प्लेटफॉर्म तो फिर और सीखने को बहुत कुछ मिलता है। और मुझे अभी तक याद है, हमारी डीन ने ना आप सबके लिए एक चीज मैं बताता हूं, सीखना ज्यादा जरूरी नहीं है, अनलर्न करना ज्यादा जरूरी है। बिकॉज इतनी ज्यादा रैपिड टेक्नोलॉजी चेंज हो रही है, ये भूलना कि हमको जो चीज आती थी वो आज रिडंडेंट हो गई है, वो ज्यादा बड़ा स्किल है। सो ये मैंने वहां सीखी थी कि अनलर्न, फिर लर्न, फिर अडेप्ट। सो आई थिंक ये 3 चीजें मेरी जर्नी में वो जो हाईलाइट रही थी। सो अनलर्न, लर्न एंड अडेप्ट। So this is my sort of message and journey that happened there. So I'm just going to add something, थोड़ा add करना मैं ਇਹਦੇ ਵਿੱਚ। See, 2 ਤਰ੍ਹਾਂ ਦੇ ਲੋਕ ਨੇ, ਇੱਕ ਕਿ ਜਿਹੜੇ who are aspiring ਕਿ ਆਪਾਂ best college of the world ਜਾਣਾ, ਜਿਹੜੀ ਸਟੇਜ ਤੇ ਤੁਸੀਂ ਹੋ, ਹਾਰਵਰਡ ਜਾਣਾ, MIT ਜਾਣਾ, right? So you choose one out of them, ਦੋਨੋਂ ਹੀ ਬਹੁਤ super path ਹੈਗੇ ਆ। One, you become a person who studies at Harvard, or you become a person कि जिन्हों top college as a guest बुलान के आके Harvard बोलो, right? So you have both the example in front of you, both of them super successful, well-known people. You have to choose, you know, one out of 2. So या दे दुनिया दे best college विच as a guest speaker बोलन वाली story बना लो, right? अपनी कि लोग ਤੁਹਾਨੂੰ ਬੁਲਾਣ, ਅਸੀਂ ਉੱਥੇ ਪੜਨ ਵਾਲੇ ਨਹੀਂ, ਅਸੀਂ ਉੱਥੇ ਲੈਕਚਰ ਕਰਨ ਵਾਲੇ ਬੱਚੇ ਬਣ ਜਾਈਏ। ਤੇ ਜਾਂ ਫਿਰ ਇੰਨਾ ਪੜ ਲਓ, ਇੰਨੀ ਮਿਹਨਤ ਕਰ ਲਓ ਕਿ ਤੁਸੀਂ ਉੱਥੇ ਪੜੋ ਤੇ ਇੰਨੇ ਸਕਸੈਸਫੁਲ ਹੋ ਜਾਓ। ਨੈਕਸਟ ਕੁਐਸਚਨ ਆਪਾਂ ਅੱਗੇ ਤੋਂ ਲਵਾਂਗੇ। ਇੱਥੇ ਆ ਜਾਓ। ਹਾਂਜੀ ਹਾਂਜੀ, ਅੱਛਾ ਨੈਕਸਟ वन ਤੋਂ ਲੈ ਲੈਂਦੇ। ਮੇਰਾ ਕੁਐਸਚਨ ਅਮਰਪ੍ਰੀਤ ਸਰ ਤੋਂ ਹੈ। ਹਾਂਜੀ ਸਰ, ਜਿਵੇਂ ਯੂਥ ਡਿਵੈਲਪਮੈਂਟ ਦੀ ਗੱਲ ਹੋ ਰਹੀ ਸੀ ਤੇ ਪੰਜਾਬ 'ਚ ਸਰਕਾਰ ਨੇ ਬਹੁਤ ਟਾਈਮ ਤੋਂ ਇੱਕ ਮਿਸ਼ਨ ਸਟਾਰਟ ਕੀਤਾ ਸੀ, ਨਸ਼ਾ ਮੁਕਤ ਪੰਜਾਬ। ਤੇ ਖਾਲਸਾ ਏਡ ਨੇ ਯੂਥ ਲਈ, ਲੋਕਾਂ ਲਈ ਬਹੁਤ ਜ਼ਿਆਦਾ ਕੰਮ ਕੀਤਾ ਤੇ ਇਸ ਖਾਲਸਾ ਏਡ ਆਲਸੋ ਵਰਕਿੰਗ ਔਨ ਨਸ਼ਾ ਮੁਕਤ ਪੰਜਾਬ ਮਿਸ਼ਨ। ਬਿਲਕੁਲ ਜੀ, ਇਸ ਦੇ ਉੱਤੇ ਅਸੀਂ ਪਹਿਲਾਂ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਉਸ ਦੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਹੈ। ਐਂਡ ਸਾਡੇ ਫਿਊਚਰ ਪਲਾਨਸ ਵੀ ਹੈਗੇ ਕਿ ਇਸ ਸੈਕਟਰ ਦੇ ਵਿਚਕਾਰ ਕੰਮ ਕੀਤਾ ਜਾਵੇ। ਪਰ ਜ਼ਿਆਦਾ ਫੋਕਸ ਇਹ ਹੈ ਕਿ
ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਹਜੇ ਤੱਕ ਨਸ਼ਿਆਂ ਦੀ ਆੜ ਦੇ ਵਿਚਕਾਰ ਨਹੀਂ ਆਏ ਉਹਨਾਂ ਨੂੰ ਕਿੱਦਾਂ ਬਚਾਉਣਾ, ਸਾਡਾ ਫੋਕਸ ਉਸ ਤੇ ਲੱਗਾ। ਜਿਹੜੇ ਆ ਚੁੱਕੇ ਨੇ ਉਹਨਾਂ ਦੇ ਲਈ ਬਹੁਤ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ, ਅਸੀਂ ਸਪੋਰਟ ਕਰ ਰਹੇ ਹਾਂ, ਬਟ ਸਾਡਾ ਪ੍ਰਾਇਮਰੀ ਫੋਕਸ ਇਹ ਹੈ ਕਿ ਦੂਜਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਔਰ ਸਹੀ ਰਸਤੇ ਤੇ ਪਾਇਆ ਜਾ ਸਕਦਾ ਹੈ, ਸਾਡਾ ਧਿਆਨ ਉਸ ਦੇ ਉੱਤੇ ਲੱਗਾ। ਨੈਕਸਟ ਕੁਐਸਚਨ ਉਹ ਉਧਰ। ਅੱਛਾ ਤੁਸੀਂ ਵੇਟ ਕਰ ਰਹੇ ਹੋ, ਨਿਧਿਨ ਪੁੱਛੋ। Hello, good morning everyone. Good morning sir, good morning ma'am. Thank you for the recognition sir. ਇੱਕ ਵਾਰ ਆਪਣਾ ਨਾਮ, ਕਲਾਸ ਤੇ ਸਕੂਲ ਦੱਸ ਦਿਓ। Yes sir. So my name is Kinjal. I'm from Sacred Heart Convent School, Chandigarh Road, and I'm in +1 non-med. Actually my question is from the ma'am, Mandeep ma'am. मैम आपने इतना बड़ा इनिशिएटिव उठाया, दैट इज #reverse migration. मैम आप थोड़ा सा ग्लिम्स दे सकते हैं कि आप कैसे प्रिवेंट कर रहे हैं ब्रेन ड्रेन को एक्चुअली इन पंजाब जहाँ पे कनाडा है तो लाइफ सेट है तो आप प्लीज बताएंगे थोड़ा ग्लिम्स। So thank you so much. So reverse migration is my current campaign going on in Punjab, and it is picking up very well, right? ਇਹਦੇ ਤੇ ਮੂਵੀਜ਼ ਵੀ ਆ ਚੁੱਕੀਆਂ ਨੇ, ਇਹਦੇ ਤੇ ਸੌਂਗਸ ਵੀ ਬਹੁਤ ਆ ਚੁੱਕੇ ਨੇ, ਐਂਡ ਆਈ ਹੈਵ ਬੀਨ ਵਰਕਿੰਗ ਔਨ ਇਟ ਫਰਮ ਲੌਂਗ। ਜਦੋਂ ਦਾ ਮੈਂ ਇਹਦਾ ਨਾਮ ਪੰਜਾਬੀ 'ਚ ਕੀਤਾ ਕਿ ਵਤਨ ਵਾਪਸੀ, ਇਹ ਹੋਰ ਜ਼ਿਆਦਾ ਪਪੂਲਰ ਹੋ ਗਿਆ ਕੈਂਪੇਨ, ਐਂਡ ਇਵਨ ਦ ਗਵਰਨਮੈਂਟ ਇਜ਼ ਵਰਕਿੰਗ ਔਨ ਇਟ ਨਾਓ। ਸੋ कैन यू रिपीट योर क्वेश्चन? आप थोड़ा सा ग्लिम्स दे दें या और कि आप कैसे अपना ये पंजाब में ब्रेन ड्रेन प्रिवेंट कर रहे हैं। राइट सो इट्स लाइक कि जिद्दां मैं पहले ही दस्सिया कि असीं ਅੱਗੇ ਵਧ ਰਹੀਆਂ ਔਰਤਾਂ ਦੀ ਐਗਜ਼ਾਮਪਲ ਸੈੱਟ ਕਰਨੀ ਆ ਤਾਂ ਕਿ ਦੂਸਰੇ ਇੰਸਪਾਇਰ ਹੋ ਸਕਣ, ਠੀਕ ਹੈ। ਸੋ ਈਵਨ ਮੈਂ ਕਈ ਵਾਰ ਕਹਿੰਦੀ ਹੁੰਦੀ ਕਿ ਕਈ ਵਾਰੀ ਪੋਲੀਟੀਕਲ ਪਾਰਟੀਆਂ ਬੜੀਆਂ ਡਾਊਨ ਚੱਲ ਜਾਂਦੀਆਂ ਨਾ, ਉਹ ਕਹਿੰਦੇ ਹੁਣ ਰੀਵਾਈਵ ਕਿੱਦਾਂ ਕਰੀਏ, ਤੇ ਅੱਜ ਮੈਂ ਓਪਨ ਹੀ ਇਹਦਾ ਹੱਲ ਇੱਕ ਦੱਸਦੀ ਹਾਂ ਕਿ ਯੂ ਨੀਡ ਟੂ ਸੈਟ ਐਂਬੈਸਡਰਸ, ਗੁੱਡ ਐਂਬੈਸਡਰਸ ਟੂ have a good movement running in the state, right? So isse tarah hi in reverse migration also there are lot of people who came back even when I didn't started the campaign, theek hai। bahut sare log hai jehde return aaye ne te aapa ਉਹਨਾਂ ਨੂੰ ਕਦੀ ਹਾਈਲਾਈਟ ਨਹੀਂ ਕੀਤਾ, ਠੀਕ ਹੈ। ਸੋ obviously ਲੱਖ ਲੋਕ ਜਾਣਗੇ ਤੇ 10 ਆਣਗੇ ਵਾਪਸ, ਰਾਈਟ। ਸੋ ਅੱਜ ਪੰਜਾਬ ਨੂੰ ਲੋੜ ਹੈ ਕਿ ਜਿਹੜੇ ਵਾਕਈ ਵਾਪਸ ਆਏ ਨੇ ਐਂਡ ਦੇ ਆਰ ਸਕਸੈਸਫੁਲ ਇਨ ਪੰਜਾਬ, ਠੀਕ ਹੈ, ਉਹਨਾਂ ਦੀ ਐਗਜ਼ਾਮਪਲਸ ਅਸੀਂ ਜਿਹੜੀਆਂ ਹਾਈਲਾਈਟ ਕਰੀਏ। ਤੇ ਆਈ ਆਲਸੋ ਵਾਂਟ ਟੂ ਐਡ ਹੇਅਰ I am running 3 simultaneous campaigns. One is reverse migration, where because I have traveled a lot, both sirs they have also traveled a lot. ਅਸੀਂ ਦੂਸਰੇ ਕੰਟਰੀਜ਼ 'ਚ ਜਾ ਕੇ ਦੇਖ ਲਿਆ, ਠੀਕ ਹੈ। ਅਸੀਂ ਨਹੀਂ ਚਾਹੁੰਦੇ ਕਿ ਆਪਾਂ ਇੱਕ ਯੂਥ ਦੀ ਜਿਹੜੀ ਸਾਡੀ ਐਨਰਜੀ ਹੁੰਦੀ ਹੈ, there is a एनर्जी इन अ पर्टिकुलर एज, मैं नहीं चाहती कि 20 तो लैके 30 साल दे विच जिहड़ी तुहाडी एनर्जी आ ਉਹ ਅਸੀਂ ਇੱਕ 10 ਕਰੋੜ ਦਾ ਘਰ ਖਰੀਦਣ ਤੇ ਲਗਾ ਦਈਏ, ਉਹਦੀਆਂ ਕਿਸ਼ਤਾਂ ਭਰਨ ਤੇ ਲਗਾ ਦਈਏ ਤੇ ਸੋਚੀਏ ਕਿ ਅਸੀਂ ਕੁਝ ਅਚੀਵ ਕੀਤਾ ਜਦੋਂ ਕਿ ਆਲਰੇਡੀ ਸਾਡੇ ਕੋਲ ਘਰ ਇੱਥੇ ਹੈਗਾ। Why we will waste our so much of energy in Canada to build a home in Canada and 10 ਕਰੋੜ ਦੀ એનર્ਜੀ ਉਸੇ ਉੱਥੇ ਦੇ ਉਹੀ એનર્ਜੀ ਸੇ ਇੱਥੇ ਬਿਜ਼ਨਸ ਸੈਟਅਪ ਕਰਨ ਤੇ ਕਿਉਂ ਨਹੀਂ ਲਗਾਉਂਦੇ, ਰਾਈਟ। ਐਂਡ ਇਫ ਯੂ ਕੰਪੇਅਰ, I have done lot of discussions on it, ਜਿੰਨਾ ਮਰਜ਼ੀ ਕੰਪੈਰੀਜ਼ਨ ਕਰ ਲਓ, ਡਿਬੇਟ ਰੱਖ ਲਓ 100 ਜਾਣਿਆਂ ਦੀ, ਇਹਦੇ ਵਿੱਚ ਪੰਜਾਬ ਹੀ ਜਿੱਤਦਾ ਬਾਅਦ ਵਿੱਚ ਐਂਡ ਤੇ, ਕਿਉਂਕਿ ਪੇਰੈਂਟਸ ਇੱਥੇ ਨੇ, ਸਾਡੀਆਂ ਵੈਲਿਊਜ਼ ਇੱਥੇ, ਸਾਡਾ ਕਲਚਰ ਇੱਥੇ ਆ, ਐਨਰਜੀ ਇੱਥੇ ਆ, ਤੇ ਐਟ ਦੀ ਐਂਡ ਹਰ ਕੋਈ ਇੱਥੇ ਹੀ ਆਏਗਾ ਕਿ ਇੱਥੇ ਰਹਿਣਾ ਹੀ ਜਿਹੜਾ ਵਾ ਉਹ ਠੀਕ ਆ। ਸੈਕਿੰਡ, ਵੀ ਨੀਡ ਟੂ ਹਾਈਲਾਈਟ ਦੋਜ਼ ਐਗਜ਼ਾਮਪਲਸ ਜਿਨ੍ਹਾਂ ਨੇ ਇੱਥੇ ਬਿਜ਼ਨਸ ਸੈਟਅਪ ਕੀਤੇ ਆ। ਲੁਧਿਆਣਾ ਤੋਂ ਵੱਡੀ ਤੇ ਕੋਈ ਐਗਜ਼ਾਮਪਲ ਨਹੀਂ ਆ ਇੰਡਸਟਰੀ ਦੀ, ਲੁਧਿਆਣਾ ਤੋਂ ਜ਼ਿਆਦਾ ਕਿੱਥੇ ਐਂਟਰਪ੍ਰੈਨਿਓਰਸ ਨਹੀਂ ਹੈਗੇ। ਲੁਧਿਆਣਾ ਇਜ਼ ਵਨ ਆਫ ਦਾ ਬੈਸਟ ਐਗਜ਼ਾਮਪਲ, ਜਿਹੜੀ ਜਲੰਧਰ ਤੋਂ ਪਿੱਛੇ, ਜਲੰਧਰ ਤੋਂ ਅੱਗੇ ਨਹੀਂ, ਜਲੰਧਰ ਸਾਰਾ ਜਾ ਚੁੱਕਾ ਹੈ ਬਾਹਰ, ਬਟ ਲੁਧਿਆਣਾ ਨੇ ਆਪਣੇ ਬੱਚਿਆਂ ਨੇ ਆਪਣੇ ਪੁਰਾਣੇ ਬਿਜ਼ਨਸ ਵੀ ਸੰਭਾਲੇ। ਮੇਰੇ ਹੀ ਕਲਾਸਮੇਟਸ ਆ ਕਈ ਜਿਨ੍ਹਾਂ ਨੇ MBA ਕਰਕੇ ਫਿਰ ਆਪਣੇ ਫਾਦਰ ਦਾ ਹੌਜ਼ਰੀ ਬਿਜ਼ਨਸ ਦੇਖਿਆ, ਠੀਕ ਹੈ। they are continuing with ਕਿ ਜਿਹੜੀ ਸਾਡੀ ਐਕਚੁਅਲ ਪ੍ਰੋਪਰਟੀ ਹੈ ਪੰਜਾਬ ਦੀ, that is ਕਿ entrepreneurs ਨੂੰ encourage ਕਰਨਾ। so we will highlight more and more entrepreneurs. and last thing, where everybody needs to work, we have no negative viewpoint people who have already moved, ਸਾਡਾ ਕੋਈ negative ਪੱਖ ਨਹੀਂ ਹੈਗਾ, but ਗਲਤੀ ਇੱਥੇ ਆ
ਕਿ ਦ ਰੀਕਨੈਕਟ ਹੈਜ਼ ਨਾਟ ਬੀਨ ਬਿਲਡ। ਜਿਹੜਾ ਉੱਥੇ 20 ਤੋਂ 30 ਸਾਲ ਦਾ ਬੱਚਾ ਹੈ ਜਿਹੜਾ ਇਹ ਸਮਝਦਾ ਕਿ ਪੰਜਾਬ 'ਚ ਸਾਨੂੰ ਇੰਗਲਿਸ਼ ਨਹੀਂ ਆਉਂਦੀ, ਸਾਨੂੰ ਸਾਡੇ ਪੱਲੇ ਕੁਝ ਨਹੀਂ ਆ, ਵੀ ਨੀਡ ਟੂ ਟੈਲ them, we need to create a dialogue with them, we need reconnecting platforms where we need to tell them ਕਿ ਸਾਨੂੰ ਵੀ ਅੰਗਰੇਜ਼ੀ ਆ ਗਈ ਹੁਣ, ਅਸੀਂ ਵੀ ਕਨਵੈਂਟ ਸਕੂਲਾਂ 'ਚ ਪੜ੍ਹ ਗਏ ਨੇ, ਅਸੀਂ ਵੀ ਹਰ ਤਰ੍ਹਾਂ ਦਾ ਬਿਜ਼ਨਸ ਬਹੁਤ ਵਧੀਆ ਕਰ ਸਕਦੇ ਹਾਂ। ਸੋ ਇੱਥੇ ਥੋੜੀ ਜਿਹੀ ਕਮੀ ਹੈ ਕਿ where the NRI community has not connected their next generation with the Punjabis so here so that ਅਸੀਂ ਇਕੱਠੇ ਬਿਜ਼ਨਸ ਕਰ ਸਕੀਏ, ਇਕੱਠੇ ਅਸੀਂ ਆਪਣੇ ਵਿਊਜ਼ ਐਕਸਚੇਂਜ ਕਰ ਸਕੀਏ, ਆਪਣਾ ਕਲਚਰ ਐਕਸਚੇਂਜ ਕਰ ਸਕੀਏ ਤੇ ਇੱਕ ਦੂਸਰੇ ਨੂੰ ਇਕੁਅਲ ਸਮਝੀਏ। ਪੰਜਾਬ is not dependent on anybody who is out of the country for money, right? ਇਦਾਂ ਲੱਗਦਾ ਸਾਨੂੰ ਕਿ ਅਸੀਂ ਡਿਪੈਂਡ ਆ ਕਿ ਲੋਕ ਸਾਨੂੰ ਫੰਡ ਕਰਨਗੇ ਬਾਹਰੋਂ ਤੇ ਫਿਰ ਅਸੀਂ ਅੱਗੇ ਵਧਾਂਗੇ। ਇਹ ਸਾਡੇ ਮਾਪਿਓ ਦੇ ਬਣਾਏ ਹੋਏ ਲੋਕ ਨੇ ਕਿ ਜਿਹੜੇ ਬਾਹਰ ਜਾ ਕੇ ਰਹਿ ਰਹੇ ਨੇ, ਇੱਥੋਂ ਪਾਲਣ ਪੋਸ਼ਣ ਉਹਨਾਂ ਨੂੰ ਕਰਕੇ ਭੇਜਿਆ ਸੀ, राइट? किंजल एक ऐड करूं मैं चीज, एक बड़ी इंटरेस्टिंग, हमको ना थोड़ा जिद्दी बनना पड़ेगा। I'll tell you obsession. So when we started ना, ਜਦੋਂ ਅਸੀਂ ਸਟਾਰਟ ਕਰੇ ਸਾਨੂੰ ਬਹੁਤ ਬੰਦੇ ਕਹਿੰਦੇ ਸੀ ਉਹ ਯਾਰ ਮੋਹਾਲੀ में तो थोड़ा ऑफिस बनेगा आपको, तो गुड़गांव, ब्रेन ड्रेन इज नॉट कैनेडा, ब्रेन ड्रेन इज यू गो टू गुड़गांव, दैट्स आल्सो ब्रेन ड्रेन ना, हैदराबाद बैंगलोर तो ब्रेन ड्रेन ही है, स्टेट ब्रेन ड्रेन तो हो गया ना, यहाँ पे आपने पढ़ा। तो बड़े बंदे बोलते थे आपने बड़ी कंपनी बनानी है ना तो यार तानू ना जी बैंगलोर जाना पड़ेगा, तानू हैदराबाद जाना पड़ेगा, बॉम्बे जाना पड़ेगा। जिद भी बहुत जरूरी है। आज जब हम टॉप 5 कंपनी बन गए ना, हमारा हेडक्वार्टर, ग्लोबल हेडक्वार्टर्स मोहाली है, ठीक है? मैं क्या आएंगे ना लोग, मैं ये केस बताता हूँ सबको, मैं क्या रिलायंस ने अगर जामनगर बिल्ड किया ना, टाटा ने जमशेदपुर बिल्ड किया, तो हम नहीं कर सकते यहाँ बिल्ड। तो दैट वो जिद्दपन बहुत जरूरी है। इनमें जिद्दपन है, इनमें जिद्दपन है, सब में वो जिद्दीपन है ना, बहुत इंपॉर्टेंट है। सेकेंडली इन्होंने जो अवेयरनेस की बात की, वी हैव स्टार्टेड, मतलब एज ए पर्सनल हमने एक पॉडकास्ट स्टार्ट कर दिया सिमरप्रीत सिंह के नाम पे, जिसमें हम ना पॉडकास्ट कर रहे हैं। लुधियाना की बात की, we've done a podcast with someone like ओंकार पावा, 2 घंटा बात की कि A1 साइकिल बिल्ड कैसे किया, दुनिया को बताए, यूथ को बताए कि लुधियाना ने, पंजाब के एंटरप्रेन्योर्स ने इतनी बड़ी ब्रांड बनाए हैं। सो we've also created that awareness is very important, और अवेयरनेस हम लोग सारे क्रिएट करेंगे, so that's very important. Yes, so one last question please. नहीं, please, so please, one last please. just लास्ट क्वेश्चन ਆਪਾਂ ਉੱਥੋਂ ਲਵਾਂਗੇ, ਲੈਫਟ ਸਾਈਡ ਪਿੱਛੋਂ। अपना ਸਕੂਲ ਦਾ ਨਾਮ, ਆਪਣਾ ਨਾਮ ਤੇ ਆਪਣੀ ਕਲਾਸ। ਇੱਥੇ ਇੱਥੇ ਅੱਗੇ ਅੱਗੇ ਆ ਲੈਫਟ ਸਾਈਡ। एक मिनट उत्ते बच्चा खड़ा हो गया एक। Hello everyone, my name is Vihan, I am from BCM Shastri Nagar. So my question is that हमें स्कूल में सिखाया जाता है कि अच्छे मार्क्स लाओ, एंड हर बच्चा मार्क्स के पीछे भागता है। तो जब स्कूल और यूनिवर्सिटीज़ के बाद हम जॉब्स के पीछे भागते हैं, तो ये भी तो एक भेड़ चाल हुई, हमें भी तो इससे एस्केप करना चाहिए। सारे ਇਹ ਵੈਸੇ ਕੁਐਸਚਨ ਤੁਹਾਨੂੰ ਜਾਣਾ ਚਾਹੀਦਾ ਹੈ। ਸੋ ਬਿਕਾਜ਼ ਤੁਸੀਂ ਸਟਾਰਟਅਪ ਕੀਤਾ, ਕਿਵੇਂ ਕੀਤਾ, ਯੂ نو? यार बड़ी सिंपल है, लाइफ इज नॉट अबाउट मार्क्स, लाइफ इज अबाउट मेकिंग अ मार्क। ठीक है ना? जो मेकिंग अ मार्क्स है ना, है यार भेड़ चाल, 100% भेड़ चाल है कि जी अच्छा उसके ना जी अगर 90% नहीं आए ना तो वो कुछ कर नहीं पाएगा, 80% आए ना कुछ कर नहीं पाएगा, है ये भेड़ चाल। बट जो गुडनेस और ग्रेटनेस में यही फर्क है। जो ग्रेट आदमी है ना, जो गुड टू ग्रेट है, जो एक जर्नी फ्रॉम गुड टू ग्रेट यही है टू आइडेंटिफाई कि मेरे को उस भेड़ चाल में से निकलना है। पूरी सोसाइटी जो बनी हुई है ना हमारे आसपास, ये बड़ा चैलेंज है। जो फ्रेमवर्क बना है वो हमको डराने का फ्रेमवर्क बना है। ध्यान से समझ, एक कंपनी LIC करके उसने पूरा अपना बिजनेस मॉडल ही डर पे बनाया है। सोच के देखना, डर आप जैसे डाल दोगे बिक जाएगा। सो जो सोसाइटी का फ्रेमवर्क, ये यहां नहीं है, पूरी दुनिया में है यार डर। बट जो वो निकल के बाहर आते हैं, एक आदमी 2008 में बोलता है कि जी मैं ना दुनिया यहां पे मार्स में भेजूंगा लोग, करेक्ट? उसका नाम क्या बंदेगा? आपको सबको पता है 2007 में उसको क्या बोलते होंगे सारे लोग? जो मर्जी, ठीक है? एक 1998 में आदमी था भाई, वो कहता था मैंने ना सब कुछ ऑनलाइन बेचना है,
मैं एक ऑनलाइन करियाना की दुकान बनाऊंगा, दुनिया की लार्जेस्ट कंपनी बनाऊंगा, कुछ किसी को बुक खरीदनी है, किसी को बॉटल खरीदनी है, वो मेरे प्लेटफॉर्म पे आएगा, उसका नाम क्या है? हाँ, क्यों पता है आपको ये चीजें? क्यों पता है? आप, मैंने तो नहीं बताया ना आपको, इलॉन मस्क, जेफ बेजोस नहीं बताया ना, यही फ्रेमवर्क है। वो भेड़ चाल से निकल के आके ना, और आइडेंटिफाई करना कि ये फ्रेमवर्क तो डराने के लिए है, ये सोसाइटी तो उस चीज के लिए है। जो उठ के आते हैं ना, वो लाइफ में मार्क्स नहीं, वो एक्चुअली दे मेक अ मार्क। सो आई एम जस्ट एडिंग टू इट, बहुत सारे इस स्टेज पे हमें टेंशन होती है कि यार मेरे 60% आए हैं, जब मैं बीटेक कर लूंगी तो इन्फोसिस मुझे लेगा कि नहीं, इस तरह का दिमाग में, और वो मार्क्स का प्रेशर होता रहता है। तो वन थिंग इज कि व्हेन आई वाज इन माय 12th राइट, तो मेरे भी 60% मार्क्स नहीं थे, और मुझे ना स्ट्रेस बड़ा हो गया कि पता नहीं जॉब मिलनी कि नहीं, की होएगा, राइट। सो मेनी ऑफ यू माइट बी एट दैट स्टेज कि हमारे 12th तक हम उतना परफॉर्म नहीं कर पाए, बट आई वॉन्ट टू टेल यू कि यू हैव टू एक्नॉलेज कि ये मेरे से हो गया, ये चीज सही नहीं है। एजुकेशन इज ऑल्सो वेरी इंपॉर्टेंट। अगर आप सोचोगे कि ये सारे पढ़ाई कंप्लीट करके बैठे हैं यहाँ पे, ठीक है, कि हम सोचे कि चलो ये स्किप कर देते हैं, तो वो जो गैप आपकी लाइफ में रह जाता है जब आप पढ़ाई अच्छी तरह कंप्लीट नहीं करते, वो सारी उम्र आपको याद रहता है कि ये चीज मैंने स्किप कर दी। बट वंस यू एक्नॉलेज, आई एक्नॉलेज्ड कि मुझे पढ़ना चाहिए, इट इज इम्पॉर्टेंट फॉर मी, and after when I reached up to my MBA, I became the topper of my MBA. मेरी CGPA 10 out of 10 आ गई, क्योंकि मैंने realize कर लिया कि this is now important, from 60 to 10 out of 10। और भेड़चाल की जो आपने बात की, कई बार हमें भेड़चाल में जाना पड़ता है ना। I joined a job for 2.5 years and then made my business। तो पहले देख तो लो कि भेड़ें कर क्या रही हैं, ठीक है ना। So even मैं तो कहती होती कि जो कनाडा अमेरिका जाना चाहता है ना, वो पहले हो आए वहां पे जाके, है ना, पहले उत्थे जाके रह आओ, वाकई जाके आओ। जे तुहाडे को पैसे ते पहले देख के ते आओ। 6 महीने तुसीं कदी भी नहीं रहोगे जे तुहानू कनाडा 6 महीने उत्थे रहन दी पहला ऑप्शन मिल जाए कि मैं पहला रह के उत्थे देखांगा, राइट। सो डोंट बी इन द भेड़चाल, टू ऑब्जर्व द भेड़चाल एंड देन मेक योर ओन पाथ। बहुत वैलिड क्वेश्चन एंड बहुत ਵਧੀਆ क्वेश्चन ਸੀ ਤੁਹਾਡਾ। ਇੱਥੇ ਮੈਂ ਇੱਕ ਚੀਜ਼ ਐਡ ਔਨ ਕਰਦਾ ਕਿ ਭੇਡਚਾਲ ਜਿਵੇਂ ਦੱਸਿਆ ਕਿ ਬਹੁਤ ਕਈ ਵਾਰ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਤੁਸੀਂ ਆਪਣਾ ਸਕੂਲ ਕੰਪਲੀਟ ਕੀਤਾ, ਤੁਸੀਂ ਡਿਗਰੀ ਲੈਣੀ ਆ, ਉਹ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਲਈ, ਕਿਉਂਕਿ ਤੁਸੀਂ ਸੁਸਾਇਟੀ 'ਚ ਸਟੈਂਡ ਕਰਨਾ ਹੈ, ਸਾਹਮਣੇ ਖੜ ਕੇ ਗੱਲ ਕਰਨੀ ਹੈ। ਬਟ ਇਸ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਕਿ ਤੁਹਾਨੂੰ ਕੋਈ ਫੀਲਡ ਦੇ ਵਿੱਚ ਘਰ ਜਾ ਕੇ, ਕੋਈ ਜੌਬ ਦੇ ਵਿੱਚ ਘਰ ਜਾ ਕੇ, ਕਿ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਆ ਰਹੀ ਹੈ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। आई वॉज फ्लाइंग, मैं अपना ट्रेनिंग कर रहा सी, तकरीबन अराउंड मैं 100-150 घंटा फ्लाइंग अपनी ट्रेनिंग कर चुकिया, तो आई गॉट अ चांस कि खालसा एड बिल्ड करनी चाहिए है। उदों मैं कल्ला सीगा, जिवें मैं पहला भी दसिया, मेरे पासे सोसाइटी का भी प्रैशर सी, फैमिली का भी प्रैशर सी, और जिहड़ा सब तो ज़्यादा प्रैशर सी वो सी जिन्हां दे नाल मैं रूटीन दे विच घर फ्लाइंग करनी, जिन्हां दे नाल रूटीन दे विच घर बैठना, दोस्त मित्र। और अज जदों मैं वो प्रैशर दे विच घर सी, मैं डिसीजन ही नहीं सी लै पा रहा कि मैनू ये रूटीन लाइफ दे विच घर अपनी पायलट की जॉब करनी चाहिए है, या मैं एक इहो जिहा प्लेटफॉर्म बिल्ड करा जिथे कि होर लोग आके जुड़न और सोसाइटी लई कुछ चंगा कर सकीए। बहुत दुविधा च रहने तो बाद मैं चूज़ किया कि नहीं, मैं एक प्लेटफॉर्म बिल्ड करदा जिथे कि लोगों को पता ही नहीं सीगा कि कौन ऑर्गेनाइजेशन, NGO कल्चर की है। पंजाब तो खास तौर पर इस चीज़ के बारे अवेयरनैस की बहुत ज़्यादा वड्डी कमी सीगी, और अज सकून मिलता है कि जो वड्डी एयरलाइन के कैप्टन आके कहते कि अमरप्रीत असीं वॉलंटियर करना चाहते हैं। सो ये जिहड़ी चीज़ है, तुहानूं सैटिस्फैक्शन जिहड़ी मिलती आ जदों तुहानूं नींद, जदों सोना इंसान ने, तो जो नींद चंगी आ रही है, ये समझो कि तुसी सही ट्रैक ते हो। वो ट्रैक जिहड़ा मर्जी होवे, चाहे वो कोई यूनीवर्सिटी तुसी प्रोफैसर हो, चाहे तुसी किसी भी बिजनेस च हो, चाहे किसी भी जॉब प्रोफाइल ते हो, चाहे कोई NGO चला रहे हो, तुहानूं सैटिस्फैक्शन होनी चाहिए है अपने काम तो, अपने कर्मां तो। वो ज़्यादा इंपॉर्टेंट पार्ट प्ले करेगा तुहाडी लाइफ दे विच।